ਵਾਹਿਗੁਰੂ ਸਾਹਿਬ ਜੀ। ਮਲਾਰ ਹਰ ਜਪਤ ਤਿਉ ਜਨਾ ਪਦਵ ਕਵਲਾਸ ਪਤ ਤਾਸ ਸਮਤਲ ਨਹੀਂ ਆਨ ਕੋ। ਏਕ ਹੀ ਏਕ ਅਨੇਕ ਹੋਏ ਬਿਸਥਰਿਓ। ਆਨ ਰਿਆਨ ਭਰਪੂਰ ਸੋ ਰਹਾਉ। ਜਾ ਕੈ ਭਾਗਵਤ ਲਿਖੀਐ ਅਵਰ ਨਹੀਂ ਪੇਖੀਐ। ਤਾਸ ਕੀ ਜਾਤ ਅਸ਼ੋਪ ਛਿਪਾ। ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ। ਨਾਮ ਕੀ ਨਾਮ ਨਾ ਸਪਤ ਦੀਪਾ। ਜਾ ਕੈ ਈਦ ਬਕਰੀਦ ਕੁਲ ਗਊਰੇ ਬਦ ਕਰੇ। ਮਾਨੀਐ ਸ਼ੇਖ ਸ਼ਹੀਦ ਪੀਰਾ। ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ। ਤਿਹੂੰ ਰੇ ਲੋਕ ਪ੍ਰਸਿੱਧ ਕਬੀਰਾ। ਜਾ ਕੇ ਕੁਟੰਬ ਕੇ ਢੀਡ ਸਭ ਢੋਰ ਢੋਵੰਤ ਫਿਰੈ। ਅਜਹੋਂ ਬਨਾਰਸੀ ਆਸ ਪਾਸਾ। ਅਚਾਰ ਸਹਿਤ ਬਿਪਰ ਕਰੈ ਡੰਡੌਤ। ਤਿਨ ਤਨੈ ਰਵਿਦਾਸ ਦਾਸਾਨ ਦਾਸਾ। ਅਚਾਰ ਸਹਿਤ ਬਿਪਰ ਕਰੈ ਡੰਡੌਤ। ਤਿਨ ਤਨੈ ਰਵਿਦਾਸ ਦਾਸਾਨ ਦਾਸਾ। ਜੁਗੋ ਜੁਗ ਅਟਲ। ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਸਤਿਕਾਰਯੋਗ ਸਤਸੰਗੀ ਜਨੋ, ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਅੰਮ੍ਰਿਤ ਵੇਲੇ ਦੀਆਂ ਮੌਲਿਕ ਘੜੀਆਂ ਪ੍ਰਾਪਤ ਹੋਈਆਂ ਨੇ। ਹਰ ਰੋਜ਼ ਆਪਾਂ ਜੁੜ ਮਿਲ ਬੈਠਣ ਦਾ ਯਤਨ ਕਰਦੇ ਹਾਂ। ਗੁਰੂ ਪਾਤਸ਼ਾਹ ਜੀ ਦੀ ਮਿਹਰ ਦੇ ਸਦਕਾ ਸੋਹਣਾ ਅਵਸਰ ਪ੍ਰਾਪਤ ਹੋਇਆ। ਬਾਬਾ ਰਵਿਦਾਸ ਸਾਹਿਬ ਜੀ ਦੇ ਪਾਵਨ ਬਚਨ ਜੋ ਆਪਾਂ ਪਿਛਲੇ ਸਮੇਂ ਤੋਂ ਵਿਚਾਰਨ ਦਾ ਯਤਨ ਕਰ ਰਹੇ ਹਾਂ, ਉਸੇ ਲੜੀ ਤਹਿਤ ਬਾਬਾ ਰਵਿਦਾਸ ਸਾਹਿਬ ਜੀ ਦਾ ਅੱਜ ਦਾ ਪਾਵਨ ਸ਼ਬਦ ਮਲਾਰ ਰਾਗ ਦਾ ਦੂਜਾ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 1293 ਪੰਨੇ ਦੇ ਉੱਪਰ ਸੁਭਾਇਮਾਨ ਹੈ। ਆਓ ਕੋਸ਼ਿਸ਼ ਕਰੀਏ ਸ਼ਬਦ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਸਾਰੇ ਆਪਾਂ ਰਲ ਮਿਲ ਗੁਰਦਰਬਾਰ ਦੀ ਮਰਿਆਦਾ ਨਿਭਾ ਲਈਏ। ਭਾਈ ਜਿੰਨੀਆਂ ਵੀ ਸੰਗਤਾਂ ਜੁੜ ਮਿਲ ਬੈਠੀਆਂ ਨੇ ਆਪਸ ਵਿੱਚ ਫਤਿਹ ਦੀ ਸਾਂਝ ਪਾ ਲਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਪਾਵਨ ਸ਼ਬਦ ਦੀ ਵਿਚਾਰ ਕਰ ਰਹੇ ਸਾਂ। ਬਾਬਾ ਰਵਿਦਾਸ ਸਾਹਿਬ ਜੀ ਸਮਝਾ ਰਹੇ ਸੀ ਵੀ ਨਾਗਰ ਜਨਾ ਮੇਰੀ ਜ਼ਾਤ ਵਿਖਿਆਤ ਚਮਾਰੰ। ਵੀ ਲੋਕ ਚਮਾਰ ਕਹਿੰਦੇ ਆ, ਪਰ ਮੈਂ ਫਿਰ ਵੀ ਆਪਣੇ ਹਿਰਦੇ ਦੇ ਵਿੱਚ ਗੋਬਿੰਦ ਦੇ ਗੁਣਾਂ ਨੂੰ ਸੰਭਾਲ ਕੇ ਰੱਖਿਆ। ਉਹਦੇ ਨਾਲ
ਮੈਂ ਸਾਂਝ ਪਾਈ ਹੈ। ਤੇ ਅਵਸਥਾ ਇਹੋ ਤੱਕ ਪਹੁੰਚ ਚੁੱਕੀ ਹੈ ਵੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਮੈਂ ਉਸ ਮਾਲਕ ਨੂੰ ਕਿਤੋਂ ਬਾਹਰੋਂ ਨਹੀਂ ਲੱਭਿਆ, ਉਹਨੂੰ ਕਿਤੋਂ ਬਾਹਰ ਭਾਲਣ ਨਹੀਂ ਮੈਂ ਗਿਆ, ਕਿਤੇ ਮੰਦਰਾਂ ਧਾਰਮਿਕ ਸਥਾਨਾਂ ਮੂਰਤੀਆਂ ਵਿੱਚੋਂ ਨਹੀਂ ਲੱਭਿਆ। ਉਸ ਨੂੰ ਲੱਭਿਆ ਤੇ ਆਪਣੇ ਅੰਦਰੋਂ ਲੱਭਿਆ। ਤੇ ਜਦੋਂ ਮੈਨੂੰ ਉਸ ਚੀਜ਼ ਦਾ ਅਹਿਸਾਸ ਹੋਇਆ ਤੇ ਪਤਾ ਲੱਗਿਆ ਵੀ ਮਾਲਕ ਜੀ ਤੇਰੇ ਤੇ ਮੇਰੇ ਵਿੱਚ ਤਾਂ ਫਰਕ ਹੀ ਕੋਈ ਨਹੀਂ ਹੈ। ਭਾਵ ਇਹ ਹੈ ਵੀ ਤੇਰੇ ਤੇ ਮੇਰੇ ਵਿੱਚ ਫਰਕ ਹੋਣ ਦਾ ਮਤਲਬ ਇਹ ਹੈ ਵੀ ਕੋਈ ਵਿਚਾਲੇ ਕੋਈ ਚੀਜ਼ ਹੈ ਹੀ ਨਹੀਂ ਹੈ। ਤੇਰੇ ਨਾਲ ਜੁੜਨ ਦੇ ਲਈ ਮੈਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਪਈ ਹੈ, ਕਿਤੇ ਵੀ ਕੋਈ ਅੜਚਣ ਹੀ ਨਹੀਂ ਆਈ। ਕਿਉਂ? ਕਿਉਂਕਿ ਮੈਂ ਸਿਰਫ ਤੈਨੂੰ ਪੂਜਿਆ, ਤੈਨੂੰ ਮੰਨਿਆ, ਹੋਰ ਕਿਸੇ ਸਥਾਨਾਂ ਤੇ ਮੈਂ ਗਿਆ ਹੀ ਕੋਈ ਨਹੀਂ, ਸਿਰਫ ਤੈਨੂੰ ਲੱਭ ਲਿਆ। ਹੁਣ ਜਿਹੜੀ ਅੰਦਰ ਮਾਲਕ ਦੇ ਤੇ ਮਨੁੱਖ ਦੇ ਅੰਦਰ ਜਿਹੜੀ ਚੀਜ਼ ਹੈ, ਜਿਹੜੀ ਦੂਰੀ ਬਣਾਉਂਦੀ, ਉਹ ਮਾਇਆ ਹੈ। ਉਹ ਕਹਿੰਦੇ ਮਾਇਆ ਤਿਆਗ ਦਿੱਤੀ ਹੈ। ਭਾਵ ਇਹ ਹੈ ਮਾਇਆ ਦੀ ਮੈਲ ਹੈ, ਜਿਹੜੀ ਬੁਰਾਈ ਹੈ, ਉਹ ਸਾਰੀ ਬਾਹਰ ਕੱਢ ਦਿੱਤੀ ਹੈ। ਤੇ ਹੁਣ ਸਿਰਫ ਤੇ ਸਿਰਫ ਤੂੰ ਹੀ ਤੂੰ ਹੈ। ਹੁਣ ਕੱਲ ਦਾ ਜਿਹੜਾ ਪਾਵਨ ਸ਼ਬਦ ਸੀ, ਉਸੇ ਦਾ ਹੀ ਇਦਾਂ ਕਹਿ ਲਓ ਵੀ ਉਸੇ ਸ਼ਬਦ ਦੇ ਵਿਚਾਰ ਨੂੰ ਇਸ ਸ਼ਬਦ ਦੇ ਵਿੱਚ ਲਿਆਂਦਾ ਗਿਆ, ਅੱਗੇ ਤੋਰੀ ਗਈ ਹੈ। ਕੱਲ ਬਾਬਾ ਰਵਿਦਾਸ ਸਾਹਿਬ ਆਪਣੀ ਬਾਤ ਕਰ ਰਹੇ ਸੀ ਵੀ ਲੋਕ ਕਹਿੰਦੇ ਰਹੇ ਵੀ ਨੀਵੀਂ ਜ਼ਾਤ ਦਾ ਇਹ ਨੀਵਾਂ ਹੈ, ਪਰ ਮੈਂ ਮਾਲਕ ਦੇ ਨਾਲ ਜੁੜਿਆ ਉਹੀ ਬੰਦੇ ਜਿਹੜਾ ਨੀਵਾਂ ਕਹਿੰਦੇ ਰਹੇ ਅੱਜ ਗਿਆਨ ਅੱਗੇ ਝੁਕ ਚੁੱਕੇ ਨੇ। ਤੇ ਅੱਜ ਦਾ ਜਿਹੜਾ ਪਾਵਨ ਸ਼ਬਦ ਹੈ, ਇਹਦੇ ਵਿੱਚ ਬਾਬਾ ਰਵਿਦਾਸ ਸਾਹਿਬ ਜੀ ਨੇ ਆਪਣੀ ਵੀ ਉਦਾਹਰਣ ਦਿੱਤੀ ਹੈ, ਨਾਲ ਬਾਬਾ ਕਬੀਰ ਸਾਹਿਬ ਤੇ ਬਾਬਾ ਨਾਮਦੇਵ ਸਾਹਿਬ ਦੀ ਵੀ ਉਦਾਹਰਣ ਦਿੱਤੀ ਹੈ। ਕਬੀਰ ਸਾਹਿਬ ਜਿਨ੍ਹਾਂ ਨੂੰ ਲੋਕ ਜ਼ੁਲਾਹਾ ਕਹਿੰਦੇ ਰਹੇ, ਨਾਮਦੇਵ ਸਾਹਿਬ ਸ਼ਿੰਬਾ ਕਹਿੰਦੇ ਰਹੇ। ਹੁਣ ਉਹਨਾਂ ਦੀ ਸਾਰੀ ਗੱਲ ਬਾਤ ਜਿਹੜੀ ਹੈ ਬਾਬਾ ਰਵਿਦਾਸ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਸਾਨੂੰ ਸਮਝਾਈ ਹੈ। ਰਹਾਉ ਵਾਲਾ ਬੰਦ ਪਹਿਲਾ ਬੰਦ ਹੈ। ਬਾਬਾ ਜੀ ਕਿਰਪਾ ਕਰ ਰਹੇ ਆ, ਕਹਿੰਦੇ ਹਰ ਜਪਤ ਤੇਉ ਜਣਾ ਪਦਮ ਕਵਲਾਸ ਪਤ ਤਾ ਸਮ ਤੁਲ ਨਹੀਂ ਆਣਕੋ। ਪਦਮ ਕਵਲਾਸ ਪਤ, ਕਮਲਾਪਤੀ, ਪਦਮਾਪਤੀ, ਮਾਇਆ ਦਾ ਪਤੀ ਕਹਿ ਲੋ, ਉਹ ਰਸਨਹਾਰ ਮਾਲਕ। ਕਹਿੰਦੇ ਹਰ ਜਪਤ ਤੇਉ ਜਣਾ, ਜੋ ਮਨੁੱਖ ਉਸ ਮਾਲਕ ਪ੍ਰਮਾਤਮਾ ਜੀ ਨੂੰ, ਪ੍ਰਭੂ ਪਤੀ ਨੂੰ, ਕਮਲਾਪਤੀ ਨੂੰ ਮੰਨਦਾ ਹੈ, ਸਿਮਰਦਾ ਹੈ, ਜਿਹੜੇ ਉਹਦੇ ਅਨੰਨ ਸੇਵਕ ਬਣ ਜਾਂਦੇ ਆ, ਕਹਿੰਦੇ ਫਿਰ ਉਹਨਾਂ ਦੇ ਲਈ ਤਾਸ ਸਮ ਤੁਲ ਨਹੀਂ ਆਣ ਕੋ। ਉਹਨਾਂ ਲਈ ਮਾਲਕ ਦੇ ਬਰਾਬਰ ਕੋਈ ਹੋਰ ਦਿਖਦਾ ਹੀ ਨਹੀਂ ਹੈ। ਉਹ ਕਿਸੇ ਹੋਰ ਨੂੰ ਮੰਨਦੇ ਹੀ ਕੋਈ ਨਹੀਂ ਹੈ। ਉਹ ਮਾਲਕ ਜਿਹੜਾ ਸਰਵ ਵਿਆਪਕ ਹੈ, ਜਿਹੜਾ ਉਹਦਾ ਕੋਈ ਸੇਵਕ ਬਣ ਜਾਂਦਾ ਹੈ ਨਾ, ਉਹਨੂੰ ਫਿਰ ਕੋਈ ਦੂਜੀ ਹੋਰ ਚੀਜ਼ ਚੰਗੀ ਨਹੀਂ ਲੱਗਦੀ। ਕਿਹੜੇ ਮਾਲਕ ਦੀ ਬਾਤ ਹੋ ਰਹੀ ਹੈ? ਰਹਾਉ ਵਾਲੇ ਬੰਦ ਵਿੱਚ ਬਾਬਾ ਜੀ ਕਿਰਪਾ ਕਰ ਰਹੇ, ਕਹਿੰਦੇ ਏਕ ਹੀ ਏਕ ਅਨੇਕ ਹੋਏ ਬਿਸਤਰਿਓ। ਜਿਹੜਾ ਇੱਕੋ ਪਰਮੇਸ਼ਰ ਹੈ, ਜਿਹੜਾ ਇੱਕੋ ਅਨੇਕਾਂ ਰੂਪ ਹੋ ਗਿਆ, ਜਿਹੜਾ ਇੱਕੋ ਮਾਲਕ ਅਨੇਕਾਂ ਰੂਪ ਹੋ ਗਿਆ, ਜਿਹਦੀ ਆਪਾਂ ਵਿਆਖਿਆ ਗੁਰਬਾਣੀ ਵਿੱਚ ਅਨੇਕਾਂ ਥਾਵਾਂ ਤੇ ਪੜ ਸਕਦੇ ਹਾਂ, ਜਾਂ ਜਿਹਨੂੰ ਆਪਾਂ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਮੂਲ ਮੰਗਲਾਚਰਨ ਹੈ ਜਿਹੜਾ, ਉਹਦੇ ਵਿੱਚੋਂ ਵੀ ਵੇਖ ਸਕਦੇ ਆ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕੋ ਹੈ ਪਰ ਵਸਿਆ ਸਾਰਿਆਂ ਦੇ ਵਿੱਚ। ਤੇ ਕਹਿੰਦੇ ਵੀ ਉਹ ਸੇਵਕ ਨੇ ਜਿਹੜੇ ਸਿਰਫ ਤੇ ਸਿਰਫ ਇੱਕੋ ਮਾਲਕ ਨੂੰ ਪਿਆਰ ਕਰਦੇ ਆ, ਉਹਨਾਂ ਦੇ ਲਈ ਉਹਦੇ ਤੋਂ ਬਿਨਾਂ ਹੋਰ ਕੋਈ ਦੂਜਾ ਹੁੰਦਾ ਹੀ ਨਹੀਂ ਹੈ, ਉਹਦੇ ਬਰਾਬਰ ਨਹੀਂ ਹੈ ਕੋਈ, ਰੱਬ ਜੀ ਦੇ ਬਰਾਬਰ। ਹੁਣ ਇਹ ਬਾਤ ਆਪਾਂ ਸਮਝਣੀ ਹੈ ਬਾਬਾ ਰਵਿਦਾਸ ਸਾਹਿਬ ਜੀ ਦੀ, ਵੀ ਜੇ ਮਾਲਕ ਦੇ ਸੱਚੇ ਸਿੱਖ ਬਣਨਾ ਹੈ, ਜੇ ਮਾਲਕ ਦੇ ਸੇਵਕ ਬਣਨਾ ਹੈ, ਪ੍ਰਮਾਤਮਾ ਜੀ ਨੂੰ ਆਰਾਧਨਾ ਹੈ, ਉਹਦੇ ਭਗਤ ਬਣਨਾ ਹੈ, ਤਾਂ ਸਾਡੇ ਲਈ ਕੋਈ ਦੂਜੀ ਚੀਜ਼ ਨਹੀਂ ਹੋਣੀ ਚਾਹੀਦੀ। ਬਸ ਉਹ ਇੱਕੋ ਹੀ ਹੈ, ਸਭਨਾ ਜੀਆਂ ਕਾ ਇੱਕ ਦਾਤਾ। ਗੁਰਬਾਣੀ ਵਿੱਚ ਕਿੰਨੇ ਥਾਵਾਂ ਤੇ ਇਸ ਚੀਜ਼ ਦਾ ਮੰਨ ਲਓ ਵੀ ਇਹਦੀ ਵਿਆਖਿਆ ਕੀਤੀ ਹੋਈ ਹੈ। ਸਾਰੇ ਭਗਤਾਂ ਦੀ, ਗੁਰੂਆਂ ਦੀ ਵਿਚਾਰ ਇੱਕੋ ਹੈ ਵੀ ਉਹਦੇ ਬਰਾਬਰ ਕੋਈ ਵੀ ਨਹੀਂ ਹੈ। ਤੇ ਗੱਲ ਵੀ ਉਹਦੀ ਹੋ ਰਹੀ ਹੈ ਜਿਹੜਾ ਇੱਕੋ ਹੋ ਕੇ ਅਨੇਕਾਂ ਰੂਪਾਂ ਵਿੱਚ ਬਣਿਆ ਹੋਇਆ ਹੈ।
ਤੇ ਬਾਬਾ ਰਵਿਦਾਸ ਸਾਹਿਬ ਦੀ ਆਪਣੀ ਵਿਆਖਿਆ ਹੈ। ਤੇ ਹੁਣ ਦੇਖੋ ਬਾਬਾ ਰਵਿਦਾਸ ਸਾਹਿਬ ਜੀ ਜਿਹੜੇ ਮਾਲਕ ਦੇ ਸੱਚੇ ਭਗਤ ਹੈ, ਤੇ ਜਿਹੜੇ ਸਿਰਫ ਤੇ ਸਿਰਫ ਇੱਕੋ ਨੂੰ ਪੂਜਦੇ, ਇੱਕੋ ਨੂੰ ਮੰਨਦੇ ਆ, ਉਹਨਾਂ ਲਈ ਕੋਈ ਦੂਜਾ ਹੈ ਹੀ ਨਹੀਂ, ਨਾ ਕਿਸੇ ਪੀਰ ਨੂੰ, ਨਾ ਕਿਸੇ ਪੈਗੰਬਰ ਨੂੰ, ਨਾ ਕਿਸੇ ਯੁੱਗਾਂ ਦੇ ਵਿੱਚ ਹੋਏ ਅਵਤਾਰਾਂ ਨੂੰ ਮੰਨਦੇ ਆ। ਉਹ ਕਹਿੰਦੇ ਮੈਂ ਨਹੀਂ ਕਿਸੇ ਨੂੰ ਮੰਨਦਾ, ਮੇਰੇ ਲਈ ਇੱਕੋ ਹੈ। ਕਾਂਸ਼ੀ ਵਿੱਚ ਰਹਿੰਦੇ ਆ, ਉਹ ਕਾਂਸ਼ੇ ਜਿੱਥੇ ਦੇਵੀ ਦੇਵਤਿਆਂ ਅਨੇਕਾਂ ਦੇ ਜਗ ਤੀਰਥ ਬੜਾ ਕੁਛ ਹੁੰਦਾ ਹੈ, ਪਰ ਬਾਬਾ ਰਵਿਦਾਸ ਸਾਹਿਬ ਕਹਿੰਦੇ ਮੈਂ ਨਹੀਂ ਕਿਸੇ ਨੂੰ ਮੰਨਦਾ। ਹੁਣ ਇਹ ਉਹਨਾਂ ਦੀ ਆਪਣੀ ਬਾਤ ਹੈ। ਸਾਨੂੰ ਸਾਡੀ ਸਮਝ ਵਿੱਚ ਇਹ ਗੱਲ ਆ ਜਾਣੀ ਚਾਹੀਦੀ, ਅਸੀਂ ਸਮਝ ਲੈਣਾ ਚਾਹੀਦਾ ਵੀ ਉਹਨਾਂ ਦੀ ਸੋਚ ਕਿਹੋ ਜਿਹੀ ਹੈ। ਤੇ ਸਾਡੇ ਲਈ ਮੂਲ ਰੂਪ ਉਹਨਾਂ ਦੀ ਜਿਹੜੀ ਸੱਚੀ ਤਸਵੀਰ ਜਾਂ ਉਹਨਾਂ ਦੀ ਸੱਚੀ ਬਾਤ ਉਹ ਗੁਰਬਾਣੀ ਹੈ, ਉਹਨਾਂ ਦੇ ਹੱਥ ਲਿਖਤ ਹੈ ਜਿਹੜੀ। ਅਸੀਂ ਇਹਨਾਂ ਚੀਜ਼ਾਂ ਨੂੰ ਮੰਨਣਾ ਨਹੀਂ ਚਾਹੁੰਦੇ, ਅਸੀਂ ਇਹਨਾਂ ਗੱਲਾਂ ਨੂੰ ਮੰਨਦੇ ਕੋਈ ਨਹੀਂ। ਸਾਨੂੰ ਐ ਲੱਗਦਾ ਗੁਰਬਾਣੀ ਹੈ ਨਾ ਜਿਹੜੀ, ਸਿਰਫ ਗੁਰੂ ਗ੍ਰੰਥ ਸਾਹਿਬ ਹੈ, ਬਸ ਇਹਦਾ ਤਾਂ ਪਾਠ ਹੀ ਕਰਾਉਣਾ ਹੁੰਦਾ, ਇਹਦਾ ਤਾਂ ਲਿਆ ਕੇ ਪਾਠ ਹੀ ਕਰਾਉਣਾ ਹੁੰਦਾ, ਬਸ ਹੋ ਗਿਆ ਹਵਾ ਗਿਆ, ਬਸ ਦਿਹਾੜਾ ਮਨਾ ਲਿਆ, ਭਾਵੇਂ ਸ਼ਹੀਦੀ ਦਿਹਾੜਾ ਮਨਾ ਲਿਆ, ਭਾਵੇਂ ਜਨਮ ਦਿਨ ਮਨਾ ਲਿਆ, ਬਸ ਇਹਦਾ ਤਾਂ ਲਿਆ ਕੇ ਪਾਠ ਹੀ ਕਰਾਉਣਾ ਹੁੰਦਾ। ਬਸ ਗੱਲ ਇਹ ਨਹੀਂ ਹੁੰਦੀ, ਗੱਲ ਇਹ ਆ ਵੀ ਜੋ ਪਾਠ ਅਸੀਂ ਕਰਾ ਲੈਣਾ ਨਾ ਉਹ ਸੱਚੀਆਂ ਬਾਤਾਂ ਹੁੰਦੀਆਂ ਨੇ, ਉਹਨਾਂ ਦੀਆਂ ਆਪਣੀਆਂ ਗੱਲਾਂ ਨੇ। ਸੁਣਨਾ ਤਾਂ ਉਹਨਾਂ ਨੂੰ ਹੁੰਦਾ ਸੀ, ਸਿੱਖਣਾ ਤਾਂ ਉਹਨਾਂ ਤੋਂ ਹੁੰਦਾ। ਲਾਈ ਲੱਗ ਥੋੜੀ ਬਣਨਾ ਵੀ ਜੇ ਫਲਾਣੇ ਵੀ ਉਹ ਕਰਦੇ ਤਾਂ ਅਸੀਂ ਵੀ ਕਰਾਂਗੇ, ਫਲਾਣੇ ਪਿੰਡ ਐ ਕਰਦੇ ਤੇ ਅਸੀਂ ਵੀ ਕਰਾਂਗੇ। ਗੁਰਬਾਣੀ ਨੂੰ ਪੁੱਛ ਲਓ ਵੀ ਗੁਰਬਾਣੀ ਕੀ ਕਹਿੰਦੀ ਹੈ, ਬਾਬਾ ਰਵਿਦਾਸ ਸਾਹਿਬ ਖੁਦ ਕੀ ਕਹਿੰਦੇ ਆ। ਤੇ 40 ਸ਼ਬਦਾਂ ਦੀ ਤਕਰੀਬਨ ਆਪਣੀ ਵਿਚਾਰ ਹੋ ਚੁੱਕੀ ਹੈ, ਇੱਕ ਸ਼ਬਦ ਬਾਕੀ ਹੈ। ਕਿੰਨਾ ਕੁਛ ਆਪਾਂ ਉਹਨਾਂ ਦੇ ਪ੍ਰਤੀ, ਉਹਨਾਂ ਦੇ ਜੀਵਨ ਵਿੱਚ, ਉਹਨਾਂ ਦੀ ਸੋਚ ਮੁਤਾਬਕ ਵਿਚਾਰਿਆ ਵੀ ਕੀ ਸਮਝਾਉਂਦੇ ਆ। ਉਹ ਇੱਕੋ ਮਾਲਕ, ਇੱਕੋ ਪਰਮੇਸ਼ਰ ਤੋਂ ਬਿਨਾਂ ਤਾਂ ਕਿਸੇ ਦੇ ਭਗਤ ਹੈ ਹੀ ਨਹੀਂ ਹੈ। ਉਹ ਮੰਨਦੀ ਇੱਕ ਨੂੰ ਆ। ਉਹ ਕਹਿੰਦੇ ਜਿਹੜਾ ਇੱਕੋ ਹੈ, ਅਨੇਕਾਂ ਰੂਪ ਹੋਇਆ ਬੈਠਾ ਹੈ, ਕਹਿੰਦੇ ਉਹਦੀ ਪੂਜਾ ਕਰਦਾ ਮੈਂ, ਉਹਨੂੰ ਮੰਨਦਾ। ਤੇ ਅਨੇਕਾਂ ਹੋਰ ਸਿੱਖਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ ਜਿਹੜੇ ਮਾਲਕ ਦੇ ਸੱਚੇ ਭਗਤ ਹੋ ਚੁੱਕੇ, ਜਿਵੇਂ ਨਾਮਦੇਵ ਸਾਹਿਬ, ਬਾਬਾ ਕਬੀਰ ਸਾਹਿਬ, ਉਹਨਾਂ ਦੀ ਉਦਾਹਰਨ ਬਾਬਾ ਰਵਿਦਾਸ ਸਾਹਿਬ ਜੀ ਨੇ ਗੁਰਬਾਣੀ ਵਿੱਚੋਂ ਦਿੱਤੀ ਹੈ। ਕਹਿੰਦੇ ਵੀ ਉਹ ਬੰਦੇ ਵੀ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਗਏ। ਤੇ ਤੁਸੀਂ ਵਿਲੱਖਣਤਾ ਵੇਖੋ ਗੁਰਬਾਣੀ ਦੀ, ਜਿੰਨੇ ਭਗਤ ਗੁਰੂ ਸਾਹਿਬਾਨ ਹੋਏ ਆ ਸਮਕਾਲੀ, ਚਲੋ ਕੋਈ ਹੋਇਆ ਇੱਕੋ ਸਮੇਂ ਦੇ ਵਿੱਚ ਦੋ ਟਾਵੇਂ ਹੋਏ ਆ, ਨਹੀਂ ਤਾਂ ਅਲੱਗ-ਅਲੱਗ ਜ਼ਿੰਦਗੀ ਉਹਨਾਂ ਨੇ ਜਿਉਈ ਹੈ, ਅਲੱਗ-ਅਲੱਗ ਸਮਿਆਂ ਦੇ ਵਿੱਚ ਪੈਦਾ ਹੋਏ ਹੈ, ਅਲੱਗ-ਅਲੱਗ ਮੰਨ ਲਓ ਵੀ ਉਹ ਥਾਵਾਂ ਦੇ ਵਿੱਚ ਪੈਦਾ ਹੋਏ, ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਸਟੇਟਾਂ ਵਿੱਚ ਪੈਦਾ ਹੋਏ ਹੈ, ਤੇ ਅਲੱਗ-ਅਲੱਗ ਬੋਲੀ ਹੈ ਉਹਨਾਂ ਦੀ, ਅਲੱਗ-ਅਲੱਗ ਸੱਭਿਆਚਾਰ ਵਿੱਚੋਂ ਪੈਦਾ ਹੋਏ ਹੈ। ਪਰ ਜਦੋਂ ਸੱਚ ਦੀ ਬਾਤ ਹੋਈ ਹੈ, ਜਦੋਂ ਇੱਕ ਮਾਲਕ ਦੀ ਗੱਲ ਕੀਤੀ ਹੈ, ਤੇ ਤੁਸੀਂ ਵੇਖੋ ਸਾਰਿਆਂ ਦੀ ਸੋਚ ਇੱਕੋ ਜਿਹੀ ਰਲ ਗਈ, ਅਨੇਕਾਂ ਥਾਵਾਂ ਤੋਂ ਉੱਠ ਕੇ ਆਇਆਂ ਦੀ ਵਿਚਾਰ ਇੱਕੋ ਜਿਹੀ ਹੋ ਗਈ। ਤੇ ਇੱਥੇ ਤਾਂ ਹੁਣ ਅਸੀਂ ਭਾਵੇਂ ਇਕੱਠੇ ਬੈਠਦੇ ਹੋਈਏ, ਭਾਵੇਂ ਇਕੱਠੇ ਗੱਲਬਾਤ ਕਰਦੇ ਹੋਈਏ, ਸਾਡੇ ਤਾਂ ਦੋ ਦਿਨਾਂ ਦੀ ਵਿਚਾਰਾਂ ਨਹੀਂ ਰਲਦੀਆਂ। ਹੁਣ ਰਲਦੀਆਂ ਤਾਂ ਨਹੀਂ, ਸੱਚੀਆਂ ਨਹੀਂ ਹੁੰਦੀਆਂ ਤਾਂ ਨਹੀਂ ਰਲਦੀਆਂ, ਤਾਂ ਨਹੀਂ ਰਲਦੀਆਂ। ਸੱਚ ਹਮੇਸ਼ਾ ਮਿਲ ਜਾਂਦਾ ਹੁੰਦਾ। ਸੱਚ ਜੇ ਬਨਾਰਸ ਤੋਂ ਉੱਠ ਕੇ ਗੁਰੂ ਨਾਨਕ ਸਾਹਿਬ ਨੂੰ ਚੰਗਾ ਲੱਗ ਸਕਦਾ ਹੈ, ਤਾਂ ਇਹ ਥੋੜੀ ਆ ਵੀ ਬਾਤ ਨਹੀਂ ਮਿਲੀਗੀ। ਜਿਉਂ ਗਏ ਉਹਨਾਂ ਨੂੰ ਪਤਾ ਲੱਗਾ ਵੀ ਇਹ ਆ ਵੀ ਸੱਚੀਆਂ ਗੱਲਾਂ ਨੇ, ਚੰਗਾ ਲੱਗ ਗਿਆ ਤੇ ਨਾਲ ਗੁਰਬਾਣੀ ਰੱਖ ਲਈ। ਹੁਣ ਇਹ ਬਾਤਾਂ ਨੇ ਜਿਹੜੀਆਂ ਸੱਚੀਆਂ ਨੇ। ਤੇ ਬਾਬਾ ਰਵਿਦਾਸ ਸਾਹਿਬ ਕਹਿੰਦੇ ਏਕ ਹੀ ਏਕ ਅਨੇਕ ਹੋਏ ਬਿਸਤਰਿਓ, ਆਣ ਰੇ ਆਣ ਭਰਪੂਰ ਸੋਊ। ਜਿਨ੍ਹਾਂ ਨੇ ਇੱਕੋ ਮਾਲਕ ਤੋਂ ਛੁੱਟ ਕਿਸੇ ਨੂੰ ਮੰਨਿਆ ਨਹੀਂ, ਜਿਨ੍ਹਾਂ ਲਈ ਰੱਬ ਦੇ ਬਰਾਬਰ ਕੋਈ ਹੋਰ ਹੈ ਹੀ ਨਹੀਂ, ਕਿਸੇ ਦੇਵੀ ਦੇਵਤੇ ਪੈਗੰਬਰ ਨੂੰ ਨਹੀਂ ਮੰਨਦੇ, ਜਿਨ੍ਹਾਂ ਲਈ ਕੁਝ ਵੀ ਨਹੀਂ ਹੈ, ਇੱਕੋ ਨੂੰ ਮੰਨਦੇ ਆ, ਤੇ ਉਹ ਇੱਕੋ ਨੂੰ ਸਾਰਿਆਂ ਘਟਾਂ ਵਿੱਚ ਵਸਿਆ ਜਾਣਦੇ ਆ, ਤੇ ਉਹ ਭਰਪੂਰ ਵੇਖਦੇ ਆ, ਕਿਉਂਕਿ ਉਹ ਮਾਲਕ ਨਿਰੰਤਰ ਵਸ ਰਿਹਾ, ਹਰੇਕ ਥਾਂ ਦੇ ਉੱਤੇ ਵਸ ਰਿਹਾ ਨਿਰੰਤਰ। ਉਹ ਵੀ ਲਗਾਤਾਰ, ਇਹ ਨਹੀਂ ਵੀ ਗੈਪ ਪੈਂਦਾ ਵੀ ਇੱਥੇ ਹੈਗਾ ਇੱਥੇ ਨਹੀਂ, ਇੱਥੇ ਨਹੀਂ, ਉਹ ਗੈਪ ਨਹੀਂ ਪੈਣ ਦਿੰਦਾ, ਹਰੇਕ ਥਾਂ ਤੇ ਵਸ ਰਿਹਾ, ਹਰੇਕ ਥਾਂ ਤੇ ਬਸ ਇਹੀ ਹੋਇਆ, ਹਰੇਕ ਥਾਂ ਤੇ। ਨਾਲੇ ਇਹ ਨਹੀਂ ਵੀ ਆਹ ਸਮੇਂ ਦੇ ਵਿੱਚ ਹੈ ਨਹੀਂ, ਹੁਣ ਮਿਲ ਜੂ, ਹੁਣ ਮਿਲ ਜੂ, ਨਹੀਂ, ਉਹ ਤਾਂ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ। ਸ਼ੁਰੂਆਤ ਵੀ ਉਹ ਹੈ, ਵਰਤਮਾਨ ਵੀ ਉਹ ਹੈ, ਅਖੀਰ ਵੀ ਉਹ ਹੈ। ਤੁਸੀਂ ਵੇਖਿਆ ਨਾ, ਉਦਾਹਰਨ ਸਮਝੋ ਇੱਕ, ਮੰਨ ਲਓ ਵੀ ਆ ਬੀਜ ਹੁੰਦਾ ਕਿਸੇ ਵੀ ਫਲਦਾਰ ਪੌਦੇ ਦਾ ਛੋਟਾ ਜਿਹਾ, ਮੰਨ ਲਓ ਵੀ ਬੀਜ ਹੱਥ ਵਿੱਚ ਹੁੰਦਾ ਹੈ, ਉਹਨੂੰ ਜਦੋਂ ਬੀਜ ਦਿੰਨੇ ਆ,
ਕਿੱਡਾ ਰੁੱਖ ਨਿਕਲਦਾ, ਉਹਦੇ ਵਿੱਚੋਂ ਫਲਦਾਰ ਪੌਦਾ, ਫਲ ਲੱਗਦੇ ਆ। ਹੁਣ ਜਦੋਂ ਫਲ ਲੱਗਦੇ ਆ, ਉਹਨੂੰ ਆਪਾਂ ਮੰਨ ਲਓ ਕੱਟਦੇ ਆ, ਉਹੀਓ ਬੀਜ ਉਹਨਾਂ ਫਲਾਂ ਦੇ ਵਿੱਚੋਂ ਨਿਕਲਿਆ ਹੁੰਦਾ, ਉਹੀਓ ਬੀਜ। ਫਸਲਾਂ ਵਿੱਚ ਵੀ ਵੇਖਦੇ ਹਾਂ ਆਪਾਂ, ਫਲਾਂਦਾਰ ਪੌਦਿਆਂ ਵਿੱਚ, ਫੁੱਲਾਂ ਵਿੱਚ ਵੀ ਉਹੀਓ ਬੀਜ ਜਿਹੜਾ ਬੀਜਿਆ ਹੁੰਦਾ, ਉਹ ਫੁੱਲਾਂ ਦੇ ਰਾਹੀਂ, ਫਲਾਂ ਦੇ ਰਾਹੀਂ ਨਿਕਲਿਆ ਹੁੰਦਾ ਬਾਹਰ, ਉਹੀ ਬੀਜ। ਮਤਲਬ ਵੀ ਐਂ ਮਾਲਕ ਹੈ ਹਰੇਕ ਥਾਂ ਤੇ, ਅਖੀਰ ਵਿੱਚ ਵੀ ਉਹ ਤੇ ਮੁੱਢ ਵਿੱਚ ਵੀ ਉਹ ਵਸਦਾ, ਬਸ ਉਹੀ ਹੈ ਬਸ ਹਰੇਕ ਥਾਂ ਤੇ। ਇਹ ਦੇਖ ਲੈਣਾ ਚਾਹੀਦਾ ਸਾਨੂੰ ਵੀ ਉਸ ਪਰਮੇਸ਼ਰੀ ਸ਼ਕਤੀ ਦੇ ਬਰਾਬਰ ਹੋਰ ਕੁਝ ਵੀ ਨਹੀਂ ਹੈ, ਕੁਝ ਵੀ ਨਹੀਂ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਉਹਦੇ ਬਿਨਾ ਹੈ ਹੀ ਨਹੀਂ ਕੁਛ। ਸਰਬੰ ਸੱਚ ਏਕ ਹੈ, ਦੂਜਾ ਨਾਹੀ ਕੋਈ, ਨੂੰ ਸਮਝ ਲੈਣਾ ਚਾਹੀਦਾ। ਤੇ ਬਾਬਾ ਜੀ ਅੱਗੇ ਬੇਨਤੀ ਕਰਦੇ ਆ, ਰਹਾਉ ਵਾਲੇ ਬੰਦ ਤੋਂ ਬਾਅਦ ਬਖਸ਼ਿਸ਼ ਕੀਤੀ ਹੈ, ਕਹਿੰਦੇ ਜਾ ਕੇ ਭਾਗਵਤ ਲਿਖੀ ਹੈ। ਵਾਹਿਗੁਰੂ ਕਹਿੰਦੇ ਜਾ ਕੇ ਭਾਗਵਤ ਲਿਖੀ ਹੈ, ਅਵਰ ਨਹੀਂ ਪੇਖੀ ਹੈ। ਬਾਬਾ ਨਾਮਦੇਵ ਸਾਹਿਬ ਦੀ ਉਹਨਾਂ ਨੇ ਉਦਾਹਰਣ ਦਿੱਤੀ ਹੈ, ਕਹਿੰਦੇ ਜਾ ਕੇ ਭਾਗਵਤ ਲਿਖੀ ਹੈ, ਅਵਰ ਨਹੀਂ ਪੇਖੀ ਹੈ, ਤਾਸ ਕੀ ਜ਼ਾਤ ਅਸ਼ੋਪ ਛਿਪਾ। ਨਾਮਦੇਵ ਸਾਹਿਬ ਕਹਿੰਦੇ ਜਿਨ੍ਹਾਂ ਨੇ ਮਾਲਕ ਦੀ ਸਿਫਤ ਸਲਾਹ ਲਿਖੀ, ਉਹਨਾਂ ਦੇ ਲਈ ਮਾਲਕ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ। ਤੇ ਉੱਚੀ ਜ਼ਾਤ ਵਾਲਿਆਂ ਦੇ ਕਹਿਣ ਮੁਤਾਬਕ ਉਹਨਾਂ ਦੀ ਜ਼ਾਤ ਸ਼ਿੰਬਾ ਹੈ, ਮਤਲਬ ਨੀਵੀਂ ਜ਼ਾਤ ਮੰਨੀ ਜਾਂਦੀ ਹੈ, ਸ਼ਿੰਬਾ ਕਿਹਾ ਜਾਂਦਾ ਹੈ। ਪਰ ਫਿਰ ਵੀ ਦੇਖੋ ਉਸ ਅਛੂਤ ਬੰਦੇ ਦੀ, ਉਹਨਾਂ ਦੇ ਕਹਿਣ ਮੁਤਾਬਕ ਅਛੂਤ ਹੈ, ਨੀਮ ਹੈ, ਵੀ ਕਿਤੇ ਛੂਹ ਵੀ ਲਵੇ ਤਾਂ ਬੰਦਾ ਪਿੱਟਿਆ ਜਾ ਸਕਦਾ ਹੈ। ਕਹਿੰਦੇ ਉਹਨੇ ਮਾਲਕ ਦੀ ਆਰਾਧਨਾ ਕੀਤੀ ਹੈ, ਮਾਲਕ ਨੂੰ ਆਰਾਧਿਆ, ਤੇ ਕਹਿੰਦੇ ਤਾਂ ਕਿ ਜ਼ਾਤ ਅਸ਼ੋਪ ਛਿਪਾ, ਤਿੰਨਾਂ ਲੋਕਾਂ ਵਿੱਚ ਵਡਿਆਈ ਹੋ ਗਈ ਨਾਮਦੇਵ ਸਾਹਿਬ ਦੀ। ਉਹਨਾਂ ਦੇ ਮੁਤਾਬਕ ਨੀਵਾਂ ਹੀ ਸੀ ਉਹ, ਵੀ ਤਾਂ ਰੱਬ ਨੂੰ ਆਰਾਧ ਹੀ ਨਹੀਂ ਸਕਦੇ, ਪੜ੍ਹਾਈ ਤਾਂ ਇਹਨਾਂ ਦੇ ਮਤਲਬ ਦੀ ਨਹੀਂ ਹੈ। ਪਰ ਕਹਿੰਦੇ ਨਾਮਦੇਵ ਸਾਹਿਬ ਨੇ ਪੜ੍ਹਿਆ, ਜਿਵੇਂ ਪਾਵਨ ਗੁਰਬਾਣੀ ਦਾ ਬੋਲ ਹੈ ਨਾ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ, ਵੀ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਿਹਦੀ ਪੈਜ ਉਹਨੇ ਰੱਖੀ ਹੈ, ਉਹ ਨਿੰਦਕਾਂ ਨੂੰ ਦੂਰ ਭਜਾ ਦਿੰਦਾ, ਤੇ ਨਾਮਦੇਵ ਸਾਹਿਬ ਨੂੰ ਗਲੇ ਲਾ ਲਿਆ ਮਾਲਕ ਨੇ। ਤੇ ਅੱਗੇ ਕਹਿੰਦੇ ਬਿਆਸ ਮਹਿ ਲੇਖੀ ਹੈ, ਸਨਕ ਮਹਿ ਪੇਖੀ ਹੈ। ਵੇਦ, ਵੇਦਾਂ ਦੇ ਗਿਆਤਾ ਰਿਸ਼ੀ ਵੇਦ ਵਿਆਸ ਜੀ। ਬਾਬਾ ਰਵਿਦਾਸ ਸਾਹਿਬ ਕਹਿੰਦੇ ਉਹਨਾਂ ਨੂੰ ਪੜ੍ਹ ਕੇ ਵੇਖੋ, ਤੁਸੀਂ ਸਣਕ ਨੂੰ ਪੜ੍ਹ ਕੇ ਵੇਖੋ, ਮੁਨੀ ਹੋਏ ਸਣਕ, ਮੰਨ ਲਓ ਉਹਨਾਂ ਨੂੰ ਪੜ੍ਹ ਕੇ ਵੇਖੋ, ਉਹਨਾਂ ਦੀਆਂ ਕਿਤਾਬਾਂ ਫਰੋਲ ਕੇ ਵੇਖੋ ਕੀ ਕਹਿੰਦੇ ਹੋ, ਵੇਦ ਵਿਆਸ ਜੀ ਨੇ ਕੀ ਕਿਹਾ। ਹਕੀਕਤ ਪੜ੍ਹੋ, ਸੱਚ ਕੀ ਹੈ। ਹੁਣ ਜਿਹੜੀ ਇਹ ਗਵਾਹੀ ਦੇ ਰਹੇ ਆ ਬਾਬਾ ਰਵਿਦਾਸ ਸਾਹਿਬ ਜਾਂ ਨਾਮਦੇਵ ਸਾਹਿਬ ਦੀ, ਉਹਨਾਂ ਨੇ ਪੜ੍ਹਿਆ ਹੋਣਾ, ਤਾਂ ਹੀ ਤਾਂ ਕਹਿ ਰਹੇ ਵੀ ਉਹ ਕੀ ਕਹਿ ਰਹੇ ਆ। ਵੇਦ ਵਿਆਸ ਜੀ ਨੇ ਕਿਹਾ ਕੀ ਹੈ, ਸਣਕ ਜੀ ਨੇ ਕਿਹਾ ਕੀ ਹੈ। ਇਹਦਾ ਮਤਲਬ ਇਹ ਹੈ ਨਾ ਵੀ ਕੋਈ ਇਹੋ ਜਿਹੀ ਗੱਲ ਕਹੀ ਗਈ ਹੋਣੀ ਹੈ ਜਿਹੜੀ ਪਖੰਡਵਾਦ ਤੋਂ ਬਹੁਤ ਦੂਰ ਹੈ। ਹਾਲਾਂਕਿ ਇਸ ਗੱਲ ਨੂੰ ਸਮਝਿਓ, ਇਸ਼ਾਰਾ ਦੇਣ ਲੱਗਿਆ ਮੈਂ, ਸਮਾਜ ਦੇ ਅੰਦਰ ਸਮੇਂ-ਸਮੇਂ ਤੇ ਬੜੇ ਕ੍ਰਾਂਤੀਕਾਰੀ ਯੋਧੇ ਆਏ ਹੈ, ਪਰ ਵਿਪਰਵਾਦੀ ਜਿਹੜਾ ਅਜਗਰ ਹੈ ਨਾ, ਜਿਹੜਾ ਵਿਪਰਵਾਦੀ ਅਜਗਰ ਹੈ, ਉਹਨੇ ਵੱਡੇ ਵੱਡੇ ਕ੍ਰਾਂਤੀਕਾਰੀ ਯੋਧਿਆਂ ਨੂੰ ਆਪਣੇ ਗਲਾਵੇ ਵਿੱਚ ਲੈ ਲਿਆ। ਉਹਨੇ ਵੱਡੇ ਵੱਡੇ ਯੋਧਿਆਂ ਤੋਂ ਉਹ ਗੱਲ ਕਹਾਤੀ ਜੋ ਆਪ ਕਹਿੰਦਾ ਹੈ। ਬੜੀਆਂ ਇਹੋ ਜਿਹੀਆਂ ਉਦਾਹਰਨਾਂ ਸਮਾਜ ਵਿੱਚ ਪਈਆਂ ਨੇ, ਤੇ ਗੁਰਬਾਣੀ ਦੇ ਅੰਦਰ ਉਹਨਾਂ ਮਹਾਨ ਯੋਧਿਆਂ ਨੂੰ, ਉਹਨਾਂ ਦੀ ਵਕਾਲਤ ਗੁਰਬਾਣੀ ਨੇ ਕੀਤੀ ਹੈ, ਉਹਨਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਗੁਰਬਾਣੀ ਨੇ ਕੀਤੀ ਹੈ। ਪਰ ਜਿਹੜੇ ਅਵਤਾਰਾਂ ਨੂੰ ਗੁਰਬਾਣੀ ਨੇ ਕਿਹਾ ਵੀ ਕਿਸੇ ਕੰਮ ਦੇ ਨਹੀਂ ਸੀ, ਉਹ ਠੋਕ ਵਜਾ ਕੇ ਕਹੇ ਹੈ। ਪਰ ਜਿਨ੍ਹਾਂ ਨੂੰ ਗਮਰਾਹ ਕੀਤਾ ਗਿਆ, ਜਿਨ੍ਹਾਂ ਦੇ ਨਾਂ ਤੇ, ਉਹਨਾਂ ਬਾਰੇ ਵੀ ਗੁਰਬਾਣੀ ਨੇ ਗੱਲ ਕੀਤੀ ਹੈ। ਸੋ ਖੈਰ ਇਹ ਵੱਖਰਾ ਵਿਸ਼ਾ। ਬਿਆਸ ਮੈਂ ਲੇਖੀ ਹੈ, ਸਣਕ ਮੈਂ ਪੇਖੀ ਹੈ, ਨਾਮ ਕੀ ਨਾਮਣਾ ਸਬਤ ਦੀ ਭਾ। ਕਹਿੰਦੇ ਬਿਆਸ ਦੇ ਧਾਰਮਿਕ ਪੁਸਤਕ ਵਿੱਚ ਲਿਖਿਆ ਮਿਲਦਾ ਹੈ, ਸਣਕ ਜੀ ਦੀਆਂ ਆਦਿਕ ਪੁਸਤਕਾਂ ਵਿੱਚ ਮਿਲਿਆ ਲਿਖਦਾ ਹੈ ਵੀ ਮਾਲਕ ਦੀ ਵਡਿਆਈ ਸਾਰੇ ਸੰਸਾਰ ਵਿੱਚ ਹੁੰਦੀ ਹੈ, ਉਹ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਤੇ ਤੁਹਾਡੀ
ਬੰਦੇ ਹੀ ਜਿਨ੍ਹਾਂ ਨੂੰ ਤੁਸੀਂ ਮੰਨ ਰਹੇ ਹੋ ਉਹਨਾਂ ਦੀਆਂ ਗਵਾਈਆਂ ਨੇ। ਤੇ ਜਿਹੜਾ ਤੁਸੀਂ ਫਿਰ ਸਮਝਾ ਰਹੇ ਹੋ ਵੀ ਰੱਬ ਕਿ ਸਿਰਫ ਮੰਦਰਾਂ ਵਿੱਚ, ਸਿਰਫ ਮੂਰਤਾਂ ਵਿੱਚ ਹੈ, ਇਹ ਕਿੱਥੋਂ ਦੀ ਵਿਆਖਿਆ ਹੋ ਗਈ? ਨਾਮਦੇਵ ਸਾਹਿਬ ਨੂੰ ਤੁਸੀਂ ਸ਼ਿੰਬਾ ਕਹਿੰਦੇ ਰਹੇ ਹੋ, ਉਹ ਪਾਰ ਹੋ ਗਿਆ, ਉਹ ਪਾਰ ਹੋ ਚੁੱਕਿਆ ਹੈ। ਤੇ ਅੱਗੇ ਬਖਸ਼ਿਸ਼ ਕਰਦੇ ਐ, ਕਹਿੰਦੇ ਬਾਬਾ ਕਬੀਰ ਸਾਹਿਬ ਜੀ ਦੀ ਉਦਾਹਰਨ ਦਿੱਤੀ ਹੈ। ਕਹਿੰਦੇ ਜਾ ਕੇ ਈਦ ਬਕਰੀਦ ਕੁਲ ਗਊਰੇ ਵੱਧ ਕਰੈ, ਮਾਣੀਆਂ ਸ਼ੇਖ ਸ਼ਹੀਦ ਪੀਰਾ। ਜਿਹੜੇ ਕਬੀਰ ਸਾਹਿਬ ਹੈ ਨਾ, ਜਿਹੜੇ ਕਬੀਰ ਸਾਹਿਬ ਜੀ ਦੀ ਜਿਹੜੀ ਬਰਾਦਰੀ ਦੇ ਲੋਕ ਹੈ, ਮੁਸਲਮਾਨ ਬਣ ਗਏ ਸੀ। ਮਤਲਬ ਕਿਉਂ? ਉਸ ਟਾਈਮ ਦੇ ਉੱਤੇ ਬੜਿਆਂ ਦੇ ਰਾਜ ਆਏ, ਮਤਲਬ ਮੁਸਲਮਾਨੀ ਫਿਰਕਾ ਸੀ, ਮੁਸਲਮਾਨੀ ਰਾਜ ਸੀ, ਧੱਕੇ ਦੇ ਨਾਲ ਮੁਸਲਮਾਨ ਬਣਾਇਆ ਜਾ ਰਿਹਾ ਸੀ। ਤੇ ਕਹਿੰਦੇ ਵੀ ਕੁਲ ਤਬਦੀਲ ਕਰ ਲਈ। ਤੇ ਤੁਹਾਨੂੰ ਪਤਾ ਹੈ ਵੀ ਜਿਹੜਾ ਮੁਸਲਮਾਨੀ ਫਿਰਕਾ ਹੈ, ਈਦ ਵਾਲੇ ਦਿਨ ਬਲੀਆਂ ਦਿੰਦੇ ਹੈ, ਬੱਕਰਿਆਂ ਦੀਆਂ, ਅਨੇਕਾਂ ਹੋਰ, ਚਲੋ ਕਾਸੇ ਦੀਆਂ ਮਰਜ਼ੀ ਦਿੰਦੇ ਹੋਣ, ਬਲੀਆਂ ਦਿੰਦੇ ਆ। ਹੁਣ ਕਹਿੰਦੇ ਕਬੀਰ ਸਾਹਿਬ ਜੀ ਦੇ ਕੁਲ ਦੇ ਲੋਕ ਇਹੋ ਜਿਹਾ ਕੰਮ ਕਰਦੇ ਆ। ਪਹਿਲਾਂ ਹਿੰਦੂ ਸੀ, ਉਹਦੇ ਵਿੱਚ ਕੀ ਹੈ, ਬਲੀਆਂ ਉਹਦੇ ਵਿੱਚ ਵੀ ਦਿੱਤੀਆਂ ਜਾਂਦੀਆਂ ਨੇ। ਕਰਮਕਾਂਡ ਤਾਂ ਉਹੀ ਹੈ, ਭਾਵੇਂ ਮੁਸਲਮਾਨ ਬਣ ਕੇ ਕਰਮਕਾਂਡ ਤਾਂ ਉਹੀ ਰਹੇ ਨਾ, ਕਰਮਕਾਂਡ ਉਦਾਂ ਹੀ ਕਰਦੇ ਰਹੇ ਹੈ। ਪੁਜਾਰੀ ਨੇ ਉਹ ਜਿਹੜੀ ਕਰਮਕਾਂਡੀ ਸੋਚ ਹੈ ਉਹ ਨਿਕਲ ਨਹੀਂ ਨਾ ਦਿੱਤੀ। ਪਹਿਲਾਂ ਹਿੰਦੂ ਸੀ, ਉਦੋਂ ਵੀ ਕਰਦੇ ਰਹੇ, ਤਿਲਕ ਬੜਾ ਕੁਛ ਕਰਦੇ ਰਹੇ ਆ, ਲਾਉਂਦੇ ਰਹੇ, ਜਨੇਊ ਪਾਉਂਦੇ ਰਹੇ, ਬਲੀਆਂ ਉਧਰ ਵੀ ਦਿੰਦੇ ਰਹੇ। ਮੁਸਲਮਾਨ ਬਣ ਗਏ, ਰੋਜ਼ੇ ਰੱਖ ਕੇ ਬਲੀਆਂ ਇੱਧਰ ਵੀ ਦਿੰਦੇ ਰਹੇ ਆ, ਧਰਮ ਦੇ ਨਾਂ ਤੇ। ਕਹਿੰਦੇ ਜਾ ਕੇ ਬਾਪ ਵੈਸੀ ਕਰੀ, ਪੂਤ ਐਸੀ ਸਰੀ, ਤਿਹੂ ਰੇ ਲੋਕ ਪ੍ਰਸਿੱਧ ਕਬੀਰਾ। ਪਰ ਕਬੀਰ ਸਾਹਿਬ ਨੇ ਉਹਨਾਂ ਵਰਗਾ ਨਹੀਂ ਕੀਤਾ, ਕੁਝ ਵੀ ਨਹੀਂ ਕੀਤਾ। ਨਾ ਤਾਂ ਹਿੰਦੂ ਵਾਲੀਆਂ ਰੀਤਾਂ ਅਪਣਾਈਆਂ ਤੇ ਨਾ ਮੁਸਲਮਾਨਾਂ ਵਾਲੀਆਂ ਅਪਣਾਈਆਂ। ਇਸਲਾਮ ਦੀਆਂ ਵੀ ਨਹੀਂ, ਹਿੰਦੂਇਜ਼ਮ ਦੀਆਂ ਨਹੀਂ ਮੰਨੀਆਂ, ਉਹਨਾਂ ਨੇ ਕੁਝ ਨਹੀਂ ਮੰਨੇ। ਹਾਲਾਂਕਿ ਉਹਨਾਂ ਦੇ ਪਰਿਵਾਰ ਵਾਲੇ ਤਬਦੀਲ ਹੋ ਗਏ, ਉਹਨਾਂ ਦੇ ਪਿਛੋਕੜ, ਉਹਨਾਂ ਦੇ ਬਜ਼ੁਰਗ, ਪਰ ਕਬੀਰ ਸਾਹਿਬ ਨੇ ਕੁਝ ਨਹੀਂ ਮੰਨਿਆ, ਪਾਸੇ ਕਰ ਦਿੱਤਾ ਕੁਝ ਵੀ। ਨਾ ਮੁਸਲਮਾਨ ਦੀ ਮੰਨੀ, ਨਾ ਬਿੱਪਰ ਦੀ ਮੰਨੀ, ਕਿਸੇ ਦੀ ਵੀ ਨਹੀਂ ਮੰਨੀ। ਤੇ ਉਹ ਸਿਰਫ ਇੱਕੋ ਮਾਲਕ ਦੇ ਨਾਲ ਜੁੜ ਕੇ ਪ੍ਰਸਿੱਧ ਹੋ ਗਏ ਕਬੀਰ ਸਾਹਿਬ। ਤੇ ਅੱਗੇ ਅਖੀਰ ਵਿੱਚ ਬਾਬਾ ਰਵਿਦਾਸ ਸਾਹਿਬ ਜੀ ਆਪਣੀ ਕੁਲ ਦੀ ਉਦਾਹਰਨ ਦਿੰਦੇ ਆ। ਕਹਿੰਦੇ ਜਾ ਕੇ ਕੁਟੰਬ ਕੇ ਢੀੜ ਸਭ ਢੋਰ ਢਵੰਤ ਫਿਰੈ। ਤੁਹਾਡੇ ਮੁਤਾਬਕ ਜਿਹੜੇ ਢੀੜ ਵੱਜਦੇ ਆ, ਜਿਨ੍ਹਾਂ ਨੂੰ ਢੀੜ ਕਹਿੰਦੇ ਹੋ, ਚੰਮ ਦਾ ਕੰਮ ਕਰਦੇ ਆ, ਢੋਰ ਢੋਂਦੇ ਆ, ਮਰੇ ਹੋਏ ਪਸ਼ੂਆਂ ਨੂੰ ਢੋਂਦੇ ਆ, ਕੱਟਦੇ ਆ, ਜੁੱਤੇ ਤਿਆਰ ਕਰਦੇ ਆ। ਤੁਹਾਡੇ ਮੁਤਾਬਕ ਜਾ ਕੇ ਕੁਟੰਬ ਕੇ ਢੀੜ ਸਭ ਢੋਰ ਢਵੰਤ ਫਿਰੈ, ਅਜਹੋਂ ਬਨਾਰਸੀ ਆਸ ਪਾਸਾ, ਬਨਾਰਸ ਦੇ ਆਲੇ ਦੁਆਲੇ ਉਹ ਢੋਰ ਢੋਂਦੇ ਐ। ਤੁਹਾਡੇ ਮੁਤਾਬਕ ਜਿਨ੍ਹਾਂ ਨੂੰ ਤੁਸੀਂ ਢੀੜ ਕਹਿ ਦਿੰਦੇ ਹੋ, ਆਚਾਰ ਸਹਿਤ ਵਿਪਰ ਕਰਹਿ ਡੰਡੌਤ, ਤਿਨ ਤਨੈ ਰਵਿਦਾਸ ਦਾਸਾਨ ਦਾਸਾ। ਪਰ ਅੱਜ ਉਹੀ ਵਿਪਰ ਜਿਹੜਾ ਕਿਸੇ ਟਾਈਮ ਢੀੜ ਕਹਿੰਦਾ ਰਹੇ, ਹੱਥ ਜੋੜ ਕੇ ਡੰਡੌਤਾਂ ਕਰਦਾ, ਹੱਥ ਜੋੜ ਕੇ। ਕੱਲ ਵੀ ਆਪਾਂ ਇਹ ਗੱਲ ਵਿਚਾਰ ਕੀਤੀ ਸੀ ਵੀ ਬਾਬਾ ਰਵਿਦਾਸ ਸਾਹਿਬ ਜੀ ਦਾ ਇਹ ਵਚਨ ਇਤਿਹਾਸਕ ਗਵਾਹੀ ਭਰਦਾ ਹੈ ਵੀ ਉਹ ਬੰਦੇ ਜਿਨ੍ਹਾਂ ਦੇ ਧੌਣ ਦੇ ਵਿੱਚ ਕਿੱਲੇ ਸੀ ਨਾ, ਉੱਚੀ ਜ਼ਾਤ ਦੇ, ਬਾਬਾ ਜੀ ਨੇ ਕੱਢ ਕੇ ਬਾਹਰ ਮਾਰੇ, ਬੰਦੇ ਹੱਥ ਜੋੜ ਕੇ ਖੜੇ ਹੋਏ ਹੈ। ਇਹ ਇਤਿਹਾਸਕ ਗਵਾਹੀ ਹੈ। ਤੇ ਇਹਨਾਂ ਗੱਲਾਂ ਨੂੰ ਲੈ ਕੇ ਗੁੰਮਰਾਹ ਬੜਾ ਕੀਤਾ ਗਿਆ ਵੀ ਜੇ ਬਾਬਾ ਰਵਿਦਾਸ ਸਾਹਿਬ ਦੇ ਸਾਹਮਣੇ ਵਿਪਰ ਬ੍ਰਾਹਮਣ ਹੱਥ ਜੋੜ ਕੇ ਖੜਿਆ ਤਾਂ ਉਹ ਕਹਿੰਦੇ ਅਸੀਂ ਕਿਸੇ ਚਮਾਰ ਦੇ ਅੱਗੇ ਹੱਥ ਥੋੜੀ ਜੋੜੇ ਐ। ਇਹ ਰਵਿਦਾਸ ਤਾਂ ਪਿਛਲੇ ਜਨਮ ਦੇ ਵਿੱਚ ਬ੍ਰਾਹਮਣ ਭਰਾ ਸੀ ਸਾਡਾ, ਅਸੀਂ ਉਹਦੇ ਅੱਗੇ ਹੱਥ ਜੋੜੇ ਐ, ਕਿਸੇ ਚਮਾਰ ਅੱਗੇ ਕਿਉਂ? ਕਿਉਂਕਿ ਪਿਛਲੇ ਜਨਮ ਦੇ ਵਿੱਚ ਭਗਤ ਰਵਿਦਾਸ ਬ੍ਰਾਹਮਣ ਸੀ। ਇਹ ਕਹਾਣੀ ਜੋੜੀ ਗਈ ਹੈ ਝੂਠੀ ਵੀ ਬ੍ਰਾਹਮਣ ਸੀ, ਰਾਮਾਨੰਦ ਦਾ ਚੇਲਾ ਸੀ। ਰਾਮਾਨੰਦ ਜੀ ਨੇ ਕਿਹਾ ਠਾਕੁਰ ਨੂੰ ਭੋਗ ਲਵਾਉਣਾ, ਕਹਿੰਦੇ ਭਿੱਖਿਆ ਲੈ ਕੇ ਆਓ, ਮੰਗ ਕੇ ਲੈ ਕੇ ਆਓ। ਰਵਿਦਾਸ ਸਾਹਿਬ ਚਲੇ ਗਏ, ਕਿਸੇ ਚਮਾਰਾਂ ਦੇ ਘਰੋਂ ਭੋਜਨ ਲੈ ਆਏ। ਜਦੋਂ ਠਾਕੁਰ ਨੂੰ ਭੋਗ ਲਵਾਉਣ ਲੱਗੇ, ਠਾਕੁਰ ਨੇ ਪ੍ਰਵਾਨ ਨਹੀਂ ਕੀਤਾ, ਕਹਿੰਦੇ ਵੀ ਚਮਾਰਾਂ ਦੇ ਘਰੋਂ ਇਹ ਖਾਣਾ ਆਇਆ। ਕਹਿੰਦੇ ਰਵਿਦਾਸ ਸਾਹਿਬ ਨੂੰ ਸ਼ਰਾਪ ਮਿਲਿਆ ਸੀ ਵੀ ਅਗਲੇ ਜਨਮ ਦੇ ਵਿੱਚ ਚਮਾਰਾਂ ਦੇ ਘਰ ਜਨਮ ਲਏਗਾ, ਤਾਂ ਕਰਕੇ ਚਮਾਰਾਂ ਦੇ ਘਰ ਜਨਮ ਹੋਇਆ। ਇਹ ਝੂਠੀ ਗੱਲ ਬਣਾਈ ਗਈ ਹੈ। ਗੁਰਮਤਿ ਨਹੀਂ ਮੰਨਦੀ ਇਹਨਾਂ ਗੱਲਾਂ ਨੂੰ, ਨਾ ਜਨਮ ਮਰਨ ਨੂੰ, ਨਾ ਪਿਛਲੇ ਜਨਮਾਂ ਨੂੰ। ਇਹ ਝੂਠੀ ਬਣਾਈ ਗਈ ਹੈ ਵੀ ਸਾਨੂੰ ਇਹ ਨਾ ਲੋਕ ਕਹਿ ਦੇਣ ਵੀ ਭਗਤ ਰਵਿਦਾਸ ਸਾਹਮਣੇ ਝੁਕ ਗਿਆ। ਅਸੀਂ ਤਾਂ ਇਹ ਕਵਾਂਗੇ ਵੀ ਸਾਡਾ ਪਿਛਲੇ ਜਨਮ ਦੇ ਵਿੱਚ ਬ੍ਰਾਹਮਣ ਭਰਾ ਸੀ ਤਾਂ ਝੁਕੇ ਇਹਦੇ ਅੱਗੇ। ਤੇ ਇਸੇ ਨੂੰ ਤਾਂ ਬਚਨ ਬਾਬਾ ਰਵਿਦਾਸ ਸਾਹਿਬ ਨੇ ਕਿਹਾ ਸੀ ਨਾ ਵੀ ਜਾ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਡਰੈ, ਤੂੰ ਬਖਸ਼ਿਸ਼ ਕੀਤੀ ਐਸੀ ਲਾਲ ਤੁਝ ਬਿਨ ਕੌਣ ਕਰੈ।
ਗਰੀਬ ਨਵਾਜ ਗੁਸਈਆਂ ਮੇਰਾ, ਮਾਥਾ ਸ਼ਰਤ ਧਰੈ। ਤੇਰੀ ਬਖਸ਼ਿਸ਼ ਚਾਹੀਦੀ ਹੈ, ਛਤਰ ਚੁੱਲ ਜਾਂਦੇ ਆ। ਤੇ ਵਡਿਆਈ ਹੋਈ ਸਾਰੀ ਦੁਨੀਆ ਦੇ ਵਿੱਚ ਉਹਨਾਂ ਕ੍ਰਾਂਤੀਕਾਰੀ ਯੋਧਿਆਂ ਦੀ ਵਡਿਆਈ ਹੋ ਗਈ। ਕਿਸ ਗੱਲੋਂ? ਵੱਖਰੀ ਸੋਚ ਕਰਕੇ, ਪੜ੍ਹਾਈ ਕਰਕੇ। ਵੀ ਅਸੀਂ ਨਹੀਂ ਮੰਨਦੇ, ਪਰ ਇਹ ਕਰਕੇ ਮਾਰਿਆ ਸਾਰੇ ਕਹਿੰਦੇ ਵੀ ਅਸੀਂ ਨਹੀਂ ਮੰਨਦੇ ਤੇਰੇ ਕਰਮ ਕਾਂਡਾਂ ਨੂੰ, ਤੇ ਤਾਂ ਕਰਕੇ ਬਖਸ਼ਿਸ਼ ਹੋਈ ਉਹਨਾਂ ਤੇ। ਅੱਜ ਸਾਨੂੰ ਵੀ ਸਮਝ ਲੈਣਾ ਵੀ ਬਾਬੇ ਰਵਿਦਾਸ ਦੀ ਚੜ੍ਹਾਈ ਕਿਸ ਗੱਲੋਂ ਹੋਈ ਸੀ। ਅਸੀਂ ਸਾਰੇ ਕਹਿੰਦੇ ਵੀ ਸਾਡੀ ਗਵਾਹੀ ਕੀਤੀ, ਸਾਨੂੰ ਇਨਸਾਫ ਦਵਾਇਆ। ਸਾਨੂੰ ਐ ਪਤਾ ਵੀ ਕਿਹੜੀ ਗੱਲ ਦਾ ਇਨਸਾਫ ਦਵਾਇਆ ਸਾਨੂੰ, ਉਹ ਕਿਸ ਗੱਲੋਂ ਸਾਡੇ ਆਗੂ ਬਣੇ ਆ, ਉਹ ਸਾਨੂੰ ਤਾਂ ਪਤਾ ਹੀ ਕੋਈ ਨਹੀਂ। ਬਸ ਹਾਂਜੀ ਸਾਡੇ 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 ਆਹ ਰੌਲਾ ਹੈ, ਸਾਨੂੰ ਇਹ ਪਤਾ ਨਹੀਂ ਵੀ ਕਿਸ ਗੱਲੋਂ ਸਾਡੇ ਆ। ਸਾਡੀ ਬਰਾਦਰੀਆਂ ਹੋਰਾਂ ਚ ਤਾਂ ਅਨੇਕਾਂ ਲੋਕ ਆਏ, ਪੂਰਾਂ ਦੇ ਪੂਰ ਭਰ ਗਏ ਹੁਣ ਤੱਕ। ਹੁਣ ਤੱਕ ਕਿਹੜਾ ਆਏ ਨਹੀਂ। ਰਵਿਦਾਸ ਸਾਹਿਬ ਹੀ ਕਿਉਂ ਸਿੱਧ ਹੋ ਗਏ ਵੀ ਸਾਡੇ ਆ? ਕਿਉਂ? ਕਿਉਂਕਿ ਉਹਨਾਂ ਨੇ ਕੁਝ ਵੱਖਰਾ ਕਰਕੇ ਵਿਖਾਇਆ ਸੀ। ਉਹ ਵੱਖਰਾਪਣ ਕੀ ਕੀਤਾ ਸੀ ਉਹਨੂੰ ਸਮਝੋ। ਉਹ ਵੱਖਰਾਪਣ ਦੁਨੀਆ ਸਾਹਮਣੇ ਕੀ ਲਿਆਂਦਾ ਸੀ ਉਹਨੂੰ ਵਿਚਾਰੋ ਵੀ ਕੀ ਸੀ ਉਹ ਵੱਖਰਾਪਣ। ਸਾਨੂੰ ਉਹਨਾਂ ਦਾ ਜੀਵਨ, ਉਹਨਾਂ ਦੀ ਗੁਰਬਾਣੀ ਸਮਝਣੀ ਚਾਹੀਦੀ ਵੀ ਵੱਖਰਾ ਕੀਤਾ ਕੀ ਸੀ। ਸਾਨੂੰ ਇਹ ਵੀ ਨਹੀਂ ਪਤਾ ਹੁਣ, ਬਸ ਸਾਨੂੰ ਐਂ ਪਤਾ ਸਾਡੇ ਲਈ ਕੀਤਾ, ਸਾਡੇ ਲਈ ਕੀਤਾ। ਕੀ ਕੀਤਾ ਪਤਾ ਹੈ ਸਾਨੂੰ? ਕੁਝ ਵੀ ਨਹੀਂ ਪਤਾ। ਬਸ ਐਵੇਂ ਰੌਲਾ ਪਾਉਣ ਵਾਲੇ ਪਿੱਛੇ ਲੱਗ ਕੇ ਵੀ ਉਹਨੇ ਕੂਕ ਮਾਰੀ ਤਾਂ ਮੈਂ ਵੀ ਮਾਰ ਦੇਣੀ ਆ। ਬਸ ਸਾਡੇ ਲਈ ਜੇ ਪੁੱਛ ਲਈ ਸਾਨੂੰ ਪਤਾ ਹੈ ਸਾਰਾ ਨਾ। ਭਲੇ ਪੜ੍ਹਨ ਦਾ ਵਿਸ਼ਾ, ਪੜ੍ਹਾਓ, ਵਿਚਾਰੋ ਗੁਰਬਾਣੀ ਕੀ ਕਹਿੰਦੀ ਹੈ। ਬਾਬਾ ਰਵਿਦਾਸ ਸਾਹਿਬ ਜੀ ਦੇ 40 ਸ਼ਬਦ ਕੀ ਕਹਿੰਦੇ ਆ, ਕਿਹੜੇ ਪਰਮੇਸ਼ਰ ਦੀ ਗੱਲ ਕਰ ਰਹੇ ਆ, ਕਿਹੜੇ ਕੂੜ ਨੂੰ ਉਹਨਾਂ ਨੇ ਕੱਢਿਆ ਜ਼ਿੰਦਗੀ ਵਿੱਚੋਂ, ਪਾਸੇ ਕੀਤਾ ਹੈ। ਇੱਥੇ ਜੇ ਬਾਬਾ ਰਵਿਦਾਸ ਸਾਹਿਬ ਵਰਗੇ ਨਾ ਹੁੰਦੇ ਨਾ, ਸਾਨੂੰ ਕਿਹਨੇ ਪੁੱਛਣਾ ਸੀ। ਅਗਲੇ ਤਾਂ ਢੇੜ ਕਹਿੰਦੇ ਰਹੇ ਆ, ਬਾਬਾ ਰਵਿਦਾਸ ਸਾਹਿਬ ਕਹਿੰਦੇ ਅਗਵਾਈ ਭਰਦੇ ਆ, ਪਰ ਕਹਿੰਦੇ ਮੈਂ ਮਾਲਕ ਦੇ ਨਾਲ ਜੁੜਿਆ, ਉਹਦੇ ਨਾਲ ਜੁੜਿਆ। ਤੇ ਅਸੀਂ ਫੇਰ ਪਤਾ ਨਹੀਂ ਉਹ ਦਲਦਲ ਦੇ ਵਿੱਚ ਜਿਹੜੇ ਕਰਮ ਕਾਂਡਾਂ ਚੋਂ ਬਾਬੇ ਨੇ ਕੱਢਿਆ, ਜਿਹੜਾ ਨੂੰ ਉਹਨਾਂ ਨੇ ਸਾਹਮਣੇ ਖੜ ਕੇ ਕਹਿਤਾ ਸੀ, ਬਨਾਰਸ ਵਿੱਚ ਖੜ ਕੇ ਕਹਿਤਾ ਸੀ ਵੀ ਅਸੀਂ ਨਹੀਂ ਮੰਨਦੇ ਆ ਗੱਲਾਂ ਨੂੰ। ਅਸੀਂ ਉਹੀ ਚੀਜ਼ਾਂ ਦੇ ਰੌਲਾ ਸ਼ੁਰੂ ਕਰ ਛੱਡੇ, ਉਹੀ ਮੂਰਤੀ ਪੂਜਾ, ਉਹੀ ਝੂਠੀਆਂ ਆਰਤੀਆਂ, ਉਹੀ ਧੂਫਾਂ, ਸਾਰਾ ਕੁਝ ਉਹੀ। ਤੇ ਸਮਾਜ ਦੇ ਵਿੱਚ ਇਹਨਾਂ ਕ੍ਰਾਂਤੀਕਾਰੀ ਯੋਧਿਆਂ ਨੂੰ ਬਦਨਾਮ ਕਰਨ ਦੇ ਲਈ, ਇਹਨਾਂ ਨੂੰ ਇਹਨਾਂ ਦੀ ਗੁਰਬਾਣੀ ਦੇ ਉਲਟ ਖੜਾਉਣ ਦੇ ਲਈ ਇੰਨੇ ਡੇਰੇ ਵੱਡੇ ਵੱਡੇ ਤਿਆਰ ਹੋ ਚੁੱਕੇ ਆ। ਤੇ ਜਿਨ੍ਹਾਂ ਦੇ ਮਿਸ਼ਨ ਹੈ ਪਿੰਡਾਂ ਦੇ ਵਿੱਚ ਅਗਲਿਆਂ ਨੇ ਰੌਲੇ ਖੜੇ ਕਰ ਛੱਡੇ ਆ, ਉਹਨਾਂ ਦੀ ਪਹਿਚਾਣ ਕਰਨ ਦੀ ਲੋੜ ਹੈ ਵੀ ਬੰਦੇ ਕੌਣ ਹੈ ਜਿਹੜੇ ਗੁਰਬਾਣੀ ਦੇ ਉਲਟ ਭੁਗਤਦੇ ਆ, ਜਿਹੜੇ ਕਿ ਤਿਲਕ ਪੂਜਾ ਆਰਤੀਆਂ ਕਰਦੇ ਬੰਦੇ ਕੌਣ ਹੈ? ਝੂਠੇ ਬੰਦੇ। ਉਹਨਾਂ ਨੂੰ ਵਿਚਾਰੋ। ਇਹਨਾਂ ਕ੍ਰਾਂਤੀਕਾਰੀ ਯੋਧਿਆਂ ਦੇ ਨਾਂ ਦੇ ਉੱਤੇ ਉਹ ਬੜਾ ਕੁਛ ਕੂੜ ਕਬਾੜ ਸਾਡੇ ਸਿਰ ਤੇ ਮੜ ਰਹੇ ਆ। ਇਹਨਾਂ ਯੋਧਿਆਂ ਦੇ ਕਿਰਦਾਰ ਨੂੰ ਖਰਾਬ ਕਰ ਰਹੇ ਆ ਉਹ, ਇਸ ਲਈ ਸਮਝੋ। ਸੋ ਖੈਰ, ਬਾਬਾ ਰਵਿਦਾਸ ਸਾਹਿਬ ਜੀ ਦਾ ਪਾਵਨ ਬਚਨ, ਆਚਾਰ ਸਹਿਤ ਵਿਪਰ ਕਰ ਹੈ ਡੰਡੌਤ, ਤਿਨ ਤਨੈ ਰਵਿਦਾਸ ਦਾਸਾਨ ਦਾਸਾ ਸਤਿਗੁਰੂ ਰਹਿਮਤ ਕਰਨ।